ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ। ਲਾਹਾ ਖੱਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ। ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ। ਮਨ ਹੋਆ ਵਣਜਾਰਾ, ਕਹਿ ਨਾਨਕ ਹਰ ਰਾਸ ਮੇਰੀ। ਮਨ ਹੋਆ ਵਣਜਾਰਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਆਪਾਂ ਲਗਾਤਾਰ ਸਮਝਣ ਦਾ ਯਤਨ ਕਰ ਰਹੇ ਹਾਂ। ਸੋ ਇਸ ਲੜੀ ਦੇ ਤਹਿਤ 31 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਇਨਸਾਨ ਨੂੰ ਆਪਣਾ ਜੀਵਨ ਨਿਰਵਾਹ ਕਰਨ ਦੇ ਲਈ ਸਰੀਰਕ ਤੌਰ 'ਤੇ ਅਨੇਕ ਪ੍ਰਕਾਰ ਦੇ ਵਣਜ ਵਪਾਰ ਉਹ ਦੁਨੀਆ ਦੇ ਵਿੱਚ ਕਰਨੇ ਪੈਂਦੇ ਨੇ, ਤਾਂ ਕਿ ਉਸ ਦੇ ਕੀਤੇ ਹੋਏ ਵਣਜ ਵਪਾਰ ਦੇ ਨਾਲ ਬਿਜ਼ਨਸ ਦੇ ਨਾਲ, ਕਿੱਤੇ ਦੇ ਨਾਲ ਉਹਦੇ ਪਰਿਵਾਰ ਦਾ ਅਤੇ ਉਸ ਦਾ ਨਿਰਵਾਹ ਹੋ ਸਕੇ। ਉਹ ਸਮਾਜ ਦੇ ਵਿੱਚ ਇੱਕ ਸੌਖੀ ਤੇ ਖੁਸ਼ਹਾਲ ਜ਼ਿੰਦਗੀ ਨੂੰ ਬਤੀਤ ਕਰ ਸਕੇ। ਇਸ ਆਸ ਨੂੰ ਲੈ ਕਰਕੇ ਜਾਂ ਇਸ ਖੁਸ਼ਹਾਲੀ ਦੇ ਲਈ ਇਨਸਾਨ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਬੇਅੰਤ ਵਣਜ ਵਪਾਰ ਕਰਦਾ ਹੈ। ਬੇਅੰਤ ਕਿੱਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਿੱਤ ਦੇ ਮੁਤਾਬਕ ਆਰੰਭ ਕਰਦਾ ਹੈ। ਹੁਣ ਇਹ ਜਿੰਨੇ ਵੀ ਦੁਨਿਆਵੀ ਵਪਾਰ ਨੇ, ਦੁਨਿਆਵੀ ਵਣਜ ਨੇ, ਭਾਵੇਂ ਉਹ ਖੇਤੀਬਾੜੀ ਦਾ ਹੈ, ਭਾਵੇਂ ਉਹ ਦੁਕਾਨਦਾਰੀ ਦਾ ਹੈ, ਦੁਨਿਆਵੀ ਜਿਹੜਾ ਵੀ ਕਿੱਤਾ ਹੈ, ਉਹ ਕੇਵਲ ਤਾਂ ਕੇਵਲ ਸਾਡੇ ਸਰੀਰ ਤੱਕ ਸਾਡਾ ਸਹਾਈ ਹੈ।
ਉਹਦੇ ਚੋਂ ਜਿਹੜਾ ਧਨ ਪਦਾਰਥ ਸਾਨੂੰ ਪ੍ਰਾਪਤ ਹੋਣਾ ਹੈ, ਉਸ ਧਨ ਪਦਾਰਥ ਦੇ ਨਾਲ ਅਸੀਂ ਆਪਣੇ ਸਰੀਰ ਦੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਸਕਦੇ ਹਾਂ। ਸੋ ਇਹ ਜਿੰਨੇ ਵੀ ਵਪਾਰ ਨੇ ਜੋ ਇਨਸਾਨ ਸਰੀਰ ਦੇ ਨਾਲ ਕਰ ਰਿਹਾ ਹੈ, ਇਹ ਸਰੀਰ ਤੱਕ ਹੀ ਸੀਮਤ ਨੇ। ਇਹਨਾਂ ਦਾ ਲਾਭ ਜਿਹੜਾ ਹੈ ਉਹ ਸਰੀਰ ਨੂੰ ਹੀ ਪਹੁੰਚੇਗਾ। ਇਹਨਾਂ ਦਾ ਲਾਭ ਜਿਹੜਾ ਹੈ ਉਹ ਸਰੀਰ ਤੱਕ ਹੀ ਕਿਸੇ ਦਾਇਰੇ ਦੇ ਵਿੱਚ ਰਹੇਗਾ। ਤੁਸੀਂ ਵੇਖੋ ਵੀ ਮੰਨ ਕੇ ਚੱਲੋ ਵੀ ਜੇ ਕੋਈ ਇਨਸਾਨ ਵਣਜ ਵਪਾਰ ਕਰਕੇ ਜਿਹੜਾ ਧਨ ਇਕੱਠਾ ਕਰਦਾ ਹੈ, ਉਸ ਧਨ ਤੋਂ ਉਹ ਸਰੀਰ ਦੇ ਲਈ ਕੱਪੜਾ ਖਰੀਦ ਸਕਦਾ ਹੈ, ਉਸ ਧਨ ਤੋਂ ਉਹ ਸਰੀਰ ਦੀ ਪਰਵਰਿਸ਼ ਦੇ ਲਈ ਚੰਗਾ ਭੋਜਨ ਆਪਣੇ ਕੋਲ ਪ੍ਰਬੰਧ ਕਰ ਸਕਦਾ ਹੈ। ਉਸ ਧਨ ਦੇ ਨਾਲ ਉਹ ਸਰੀਰ ਦੇ ਲਈ ਚੰਗੇ ਘਰ ਦਾ ਇੰਤਜ਼ਾਮ ਕਰ ਸਕਦਾ ਹੈ, ਚੰਗੀ ਗੱਡੀ ਦਾ ਇੰਤਜ਼ਾਮ ਕਰ ਸਕਦਾ ਹੈ। ਸੋ ਜਿੰਨਾ ਵੀ ਇਹ ਦੁਨਿਆਵੀ ਵਣਜ ਵਪਾਰ ਆਪਾਂ ਦੇਖਦੇ ਹਾਂ ਸਰੀਰ ਦੇ ਤਲ ਤੇ ਮਨੁੱਖ ਕਰ ਰਿਹਾ ਹੈ, ਇਸ ਦਾ ਲਾਭ ਜਿਹੜਾ ਹੈ ਉਹ ਕੇਵਲ ਸਰੀਰ ਨੂੰ ਹੈ। ਸਰੀਰ ਤੋਂ ਅੱਗੇ ਚੱਲ ਕੇ ਮਨ ਨੂੰ, ਆਤਮਾ ਨੂੰ, ਅੰਦਰ ਨੂੰ ਇਸ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਲਾਭ ਨਹੀਂ ਹੈ। ਇਨਸਾਨ ਜੇ ਕਿਸੇ ਇਸ ਭੁਲੇਖੇ ਦੇ ਵਿੱਚ ਹੈ ਕਿ ਮੈਂ ਜਿਹੜਾ ਸਰੀਰ ਦੇ ਤਲ ਤੇ ਵਣਜ ਵਪਾਰ ਕਰ ਰਿਹਾ ਤੇ ਇਸ ਵਣਜ ਵਪਾਰ ਤੋਂ ਜਿਹੜਾ ਧਨ ਪਦਾਰਥ ਮੈਨੂੰ ਪ੍ਰਾਪਤ ਹੋ ਰਿਹਾ ਹੈ, ਇਸ ਦਾ ਲਾਭ ਮੇਰੀ ਆਤਮਾ ਨੂੰ, ਮੇਰੇ ਮਨ ਨੂੰ ਹੋਵੇਗਾ, ਤੇ ਇਹ ਇਨਸਾਨ ਦਾ ਇੱਕ ਬੜਾ ਵੱਡਾ ਭੁਲੇਖਾ ਹੈ। ਤੇ ਮੈਂ ਇਹ ਵੀ ਬੇਨਤੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿ ਸਰੀਰ ਦੀ ਪਰਵਰਿਸ਼ ਦੇ ਲਈ, ਸਰੀਰ ਦੇ ਇਸ ਢਾਂਚੇ ਨੂੰ ਚਲਾਉਣ ਦੇ ਲਈ ਇਹ ਦੁਨਿਆਵੀ ਵਣਜ ਵਪਾਰ ਵੀ ਜਿਹੜਾ ਹੈ ਉਹ ਜ਼ਰੂਰੀ ਹੈ, ਉਹ ਅਤ ਲਾਜ਼ਮੀ ਹੈ। ਕਿਉਂਕਿ ਜਦੋਂ ਆਪਾਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਵੇਖੋ ਸਰੀਰਕ ਲੋੜਾਂ ਦੀ ਪੂਰਤੀ ਦੇ ਲਈ ਗੁਰੂ ਸਾਹਿਬਾਨਾਂ ਨੇ ਵੀ ਆਪ ਆਪਣੇ ਹੱਥੀਂ ਇਹ ਵਣਜ ਵਪਾਰ ਕੀਤੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਖੇਤੀਬਾੜੀ ਕਰਦੇ ਨੇ। 18 ਸਾਲ ਸਤਿਗੁਰੂ ਜੀ ਕਰਤਾਰਪੁਰ ਹਲ ਵਾਹੁੰਦੇ ਨੇ। ਸਤਿਗੁਰੂ ਜੀ ਮੋਦੀਖਾਨੇ ਦੇ ਵਿੱਚ ਮੋਦੀ ਦੀ ਉੱਚ ਅਧਿਕਾਰੀ ਦੀ ਉਹ ਡਿਊਟੀ ਨੂੰ ਸਤਿਗੁਰੂ ਜੀ ਕਰਦੇ ਨੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਆਪ ਵਾਣ ਵੱਟ ਕੇ ਮੁੰਜ ਦਾ ਆਪਣਾ ਜੀਵਨ ਨਿਰਵਾਹ ਕਰਦੇ ਨੇ, ਹੱਟੀ ਚਲਾਉਂਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਵੀ ਆਪਣੇ ਕਿੱਤੇ ਨੂੰ ਆਪਣੇ ਹੱਥੀਂ ਕਰਦੇ ਨੇ। ਇਸ ਢੰਗ ਦੇ ਨਾਲ ਸਰੀਰਕ ਲੋੜਾਂ ਦੀ ਪੂਰਤੀ ਦੇ ਲਈ ਭਾਈ ਜੇਠਾ ਜੀ, ਜਿਹੜੇ ਕਿ ਬਾਅਦ ਦੇ ਵਿੱਚੋਂ ਗੁਰੂ ਰਾਮਦਾਸ ਜੀ ਮਹਾਰਾਜ ਬਣਦੇ ਨੇ, ਉਹ ਆਪ ਸਿਰ ਦੇ ਉੱਤੇ ਘੁੰਗੜੀਆਂ ਦਾ ਛਾਬਾ ਚੱਕ ਕੇ ਘੁੰਗੜੀਆਂ ਵੇਚਦੇ ਨੇ। ਸੋ ਇਸ ਢੰਗ ਦੇ ਨਾਲ ਹਰ ਇੱਕ ਗੁਰੂ ਸਾਹਿਬਾਨ ਨੇ ਸਰੀਰਕ ਲੋੜਾਂ ਦੇ ਨਿਰਵਾਹ ਦੇ ਲਈ, ਸਰੀਰਕ ਲੋੜਾਂ ਦੀ ਪੂਰਤੀ ਦੇ ਲਈ ਉਹਨਾਂ ਨੇ ਆਪਣੇ ਹੱਥੀਂ ਕਿਰਤ ਕੀਤੀ ਹੈ, ਕਿਸੇ ਨਾ ਕਿਸੇ ਕਿੱਤੇ ਨੂੰ ਅਪਣਾਇਆ ਹੈ, ਕਿਸੇ ਨਾ ਕਿਸੇ ਵਣਜ ਵਪਾਰ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੈ। ਸੋ ਜਿਹੜੀ ਮੈਂ ਆਪ ਜੀ ਦੇ ਨਾਲ ਗੱਲ ਸਾਂਝੀ ਕਰਨੀ ਚਾਹ ਰਿਹਾ, ਸਤਿਗੁਰੂ ਜੀ ਕਹਿਣ ਲੱਗੇ ਇਹ ਤਾਂ ਸਰੀਰ ਦੇ ਤਲ ਦੇ ਉੱਤੇ ਕੀਤਾ ਹੋਇਆ ਇੱਕ ਵਣਜ ਵਪਾਰ ਹੈ, ਜਿਹੜਾ ਸਰੀਰ ਦੇ ਲਈ ਹੀ ਉਹ ਕੰਮ ਆਵੇਗਾ। ਪਰ ਭਲਿਆ ਇੱਕ ਵਪਾਰ ਜਿਹੜਾ ਹੈ ਉਹ ਤੂੰ ਮਨ ਦੇ ਤਲ ਤੇ ਕਰਨਾ ਹੈ। ਜੇ ਤੂੰ ਇਹ ਮਨ ਦੇ ਤਲ ਦੇ ਉੱਤੇ ਵਪਾਰ ਕਰ ਲਵੇਂ ਤੇ ਸਤਿਗੁਰੂ ਜੀ ਕਹਿਣ ਲੱਗੇ ਤੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇਗਾ। ਨਹੀਂ ਤਾਂ ਕੇਵਲ ਤਨ ਦੇ ਤਲ ਦੇ ਉੱਤੇ ਕੀਤਾ ਹੋਇਆ ਵਣਜ ਵਪਾਰ ਜਿਹੜਾ ਹੈ, ਉਸ ਵਣਜ ਵਪਾਰ ਨੂੰ ਕਰਨ ਦਾ ਸਦਕਾ
तेरी जिंदगी जिहड़ी है वो मुकम्मलता दे विच नहीं आ सकती। वो जीवन जिहड़ा है उस जीवन नूं मुकम्मल नहीं किया जा सकता जे तू अपने तन तक ही वणज व्यापार किया है, क्योंकि वो तो तन तक ही सीमित है। सो सतगुरु जी ने बाणी दे विच मन के व्यापार का भी जिक्र किया है। सतगुरु जी इथों तक बख्शिश करते हैं, वणज करो वणजारियो वखर लियो संभाल, तैसी वस्त वैसाही है जैसी निभे नाल। वैसे जदों आपां साध संगत जी पावन बाणी नूं पढ़दे हां ते सतगुरु जी दी बाणी ने इस शरीर नूं, इस जीव नूं वणजारा कहा है भी ये जीव जिहड़ा है ये वणजारा है। वणजारा उस नूं कहा जाता है जिहड़ा अपने व्यापार दे लई घुम फिर के व्यापार करता है, जिहड़ा एक थां तो दूसरे थां ते जा कर के वो अपने व्यापार नूं कर रहा है, उस शख्स नूं कहा जाता सी वणजारा। सतगुरु जी ने बाणी दे विच बख्शिश कीती, इस जीव नूं वणजारा कहा। सतगुरु जी कहन लगे भी ये जीव एक वणजारा है ते इस दुनिया दे उत्ते एक व्यापार करन आया है, ते वो व्यापार जिहड़ा है वो करना है परमात्मा दे नाम दा, परमात्मा दे गुणां दा, जिन्हों आपां इस ढंग दे नाल भी पढ़दे हां, अमुल गुण अमुल व्यापार अमुल व्यापारीए अमुल भंडार। सो इसे करके सतगुरु जी ने बाणी दे विच बार बार इस इंसान नूं ये प्रेरणा की कि मन दे तल ते भी व्यापार जिहड़ा तू करना है, उस व्यापार नूं अपने जीवन दे अंदर तरजीह दे। तन दे तल दे उत्ते तां तू वणजारा बन जाना है, शरीर करके तो तू वणजारा बनदा है, एक थां तो दूसरे थां दे उत्ते जाके वस्तुआं दे वणज व्यापार करदा है। पर सतगुरु जी कहन लगे मन करके सच जानी तेनू सारी उम्र वणजारा नहीं बनना हुंदा। अच्छा जे तू मन का व्यापारी बनदा भी है, वणजारा बनदा भी है, तो फिर तू व्यापार गुरु के मुताबिक नहीं करदा, व्यापार जिहड़ा है वो परमात्मा के मुताबिक नहीं करदा, व्यापार तू गुणां दा नहीं करदा, तू सारी उम्र व्यापारी बनिया रहिंदा है अवगुणां दा, बुराइयां दा, पापां दा। इसे नूं तां सतगुरु जी की बाणी ने कहा सी ना, आपां बचन पढ़दे हां, गुरु साहब जी कहन लगे काम क्रोध माया मद मत्सर ये संपै मोह माही। भगत कबीर साहब जी कहते ने, हे मालक जी मैं जिहड़ा व्यापार किया है ना, उस व्यापार दे विचों जिहड़ी पूंजी इकट्ठी हुई है, मैं पहला साध संगत जी ये भी आप जी दे नाल मुबारक बाणी का बोल साझा करदे हां। सतगुरु जी ने सानू एक पूंजी इकट्ठी करन दी हदायत की है, तो आपां रोज़ ही ये बचन पढ़ते हैं, हर कीरत हमरी रहरास। रहरास के अर्थ ने राह की पूंजी। जदों पुराने समियां दे विच अज भी आपां वेखदे हां, जदों इंसान सफ़र के उत्ते तुरदा है ना, तो वो सफ़र के उत्ते तुरन तो पहला अपने घरों कुछ कु धन नाल लैके चलदा है, जिस धन दे नाल वो अपनियां रस्ते दीयां लोड़ां नूं पूरियां करदा है। उन्हां समियां दे विच लोक जिहड़े सन वो धन नाल लैके चलदे सन। अज दे समय दे विच आपां इउं कह सकदे हां भी इंसान क्रैडिट कार्ड वगैरह ATM वगैरह अपने बटवे दे विच नाल लैके चलदा है भी जिथे मैनूं जरूरत पवे मैं इसकी वरतों कर लवां। सो उस धन नूं कहा जांदा सी राह दी पूंजी, रहरास, रस्ते दी पूंजी, भाव वो धन जिन्हों रस्ते दे विच लोड़ पैण दे उत्ते वरतिया जा सके। हुण सतगुरु जी कहंदे, हे जीव रूपी वणजारे तू इस
ਜ਼ਿੰਦਗੀ ਦੇ ਸਫ਼ਰ ਦੇ ਉੱਤੇ ਤੁਰਿਆ ਹੈ ਤੇ ਇਹ ਸਫ਼ਰ ਕਿੰਨਾ ਕੁ ਲੰਮੇਰਾ ਹੈ, ਇਸ ਸਫ਼ਰ ਦੇ ਬਾਰੇ ਉਹ ਪ੍ਰਮਾਤਮਾ ਜਾਣਦਾ ਹੈ। ਹੁਣ ਇਸ ਜ਼ਿੰਦਗੀ ਦੇ ਰਸਤੇ ਦੇ ਉੱਪਰ ਤੈਨੂੰ ਧਨ ਦੀ ਜ਼ਰੂਰਤ ਸੀ। ਇਸ ਜ਼ਿੰਦਗੀ ਦੇ ਸਫ਼ਰ ਦੇ ਉੱਤੇ ਜਿਹੜੇ ਰਸਤੇ ਦੇ ਉੱਪਰ ਤੂੰ ਤੁਰਿਆ ਹੈ, ਇਸ ਦੇ ਉੱਪਰ ਚੱਲਣ ਦੇ ਲਈ ਤੈਨੂੰ ਧਨ ਦੀ ਜ਼ਰੂਰਤ ਸੀ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਧਨ ਤੂੰ ਇਕੱਠਾ ਕਰਨਾ ਸੀ। ਹਰ ਕੀਰਤ ਹਮਰੀ ਰਹਿ ਰਾਸ। ਹਰ ਕੀਰਤ ਦੇ ਅਰਥ ਨੇ ਵੀ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਬੰਦਗੀ ਰੂਪੀ ਧਨ ਇਕੱਠਾ ਕਰਨਾ ਸੀ। ਪਰਮਾਤਮਾ ਦੀ ਸਿਫਤ ਸਲਾਹ ਰੂਪੀ ਧਨ ਇਕੱਠਾ ਕਰਨਾ ਸੀ। ਸਿਫਤ ਸਲਾਹ ਦੇ ਭਾਵ ਅਰਥ ਨੇ ਵੀ ਪਰਮਾਤਮਾ ਦਾ ਗੁਣਾ ਰੂਪੀ ਧਨ ਇਕੱਠਾ ਕਰਨਾ ਸੀ। ਪਰ ਇਨਸਾਨ ਗੁਣਾ ਰੂਪੀ ਧਨ ਇਕੱਠਾ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਦੇ ਵਿੱਚ ਧਨ ਕਿਹੜਾ ਇਕੱਠਾ ਕਰ ਰਿਹਾ ਹੈ, ਇਸ ਗੱਲ ਦੀ ਵਿਆਖਿਆ ਜਿਹੜੀ ਹੈ ਉਹ ਭਗਤ ਕਬੀਰ ਸਾਹਿਬ ਜੀ ਸਾਡੇ ਸਾਹਮਣੇ ਕਰਦੇ ਨੇ। ਤੇ ਉਹਨਾਂ ਨੇ ਸੱਚ ਜਾਣਿਓ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਨਾ ਮਨੁੱਖ ਦੀ ਇਸ ਕਾਰਗੁਜ਼ਾਰੀ ਦੇ ਲਈ ਉਹਨਾਂ ਨੇ ਇਸ ਨੂੰ ਅਪਰਾਧੀ ਠਹਿਰਾਇਆ ਹੈ, ਦੋਸ਼ੀ ਮੰਨਿਆ ਹੈ। ਉਹਨਾਂ ਨੇ ਕਿਹਾ ਵੀ ਤੂੰ ਬੜਾ ਵੱਡਾ ਦੋਸ਼ੀ ਹੈ, ਤੂੰ ਅਪਰਾਧੀ ਹੈ, ਤੂੰ ਇਹ ਅਪਰਾਧ ਕਰ ਰਿਹਾ ਹੈ ਵੀ ਇਸ ਜ਼ਿੰਦਗੀ ਦੇ ਸਫ਼ਰ ਦੇ ਉੱਤੇ ਚੱਲਣ ਦੇ ਲਈ ਧਨ ਤਾਂ ਇਕੱਠਾ ਕਰਨਾ ਸੀ ਤੂੰ ਹਰ ਕੀਰਤ, ਪਰ ਤੂੰ ਧਨ ਇਹ ਇਕੱਠਾ ਕਰਦਾ ਰਿਹਾ ਹੈ। ਉਹ ਕਹਿੰਦੇ ਨੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਮਾਲਕ ਜੀ, ਆਹ ਧਨ ਇਕੱਠਾ ਕੀਤਾ ਹੈ ਜੀਵ ਨੇ ਆਪਣੇ ਜੀਵਨ ਦੇ ਵਿੱਚ। ਕਾਮ ਦਾ ਧਨ, ਕ੍ਰੋਧ ਦਾ ਧਨ, ਮਾਇਆ ਦੇ ਮੋਹ ਦਾ ਧਨ, ਮਤਸਰ ਦੇ ਅਰਥ ਨੇ ਈਰਖਾ। ਇਹ ਸੰਪਤੀ ਇਨਸਾਨ ਨੇ ਇਕੱਠੀ ਕੀਤੀ ਹੈ, ਕਿਉਂਕਿ ਵਪਾਰ ਜਿਹੜਾ ਸੀ ਔਗੁਣਾਂ ਦਾ ਕਰਦਾ ਰਿਹਾ, ਵਪਾਰ ਝੂਠ ਦਾ ਕਰਦਾ ਰਿਹਾ, ਵਣਜਾਰਾ ਜਿਹੜਾ ਸੀ ਉਹ ਝੂਠ ਦਾ ਬਣਿਆ ਰਿਹਾ। ਇਸੇ ਕਰਕੇ ਤੇ ਸਤਿਗੁਰੂ ਜੀ ਨੂੰ ਬਾਰ-ਬਾਰ ਬਾਣੀ ਦੇ ਵਿੱਚ ਇਹ ਕਹਿਣਾ ਪਿਆ। ਵੇਖੋ ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ, ਮੈਂ ਬਣਜਾਰਨ ਰਾਮ ਕੀ ਮੇਰਾ ਨਾਮ ਵਖਰ ਵਪਾਰ ਜੀ। ਸਤਿਗੁਰੂ ਜੀ ਕਹਿਣ ਲੱਗੇ ਵਪਾਰ ਤੇ ਕਰਨਾ ਸੀ ਪਰਮਾਤਮਾ ਦੇ ਨਾਮ ਦਾ, ਗੁਣਾ ਦਾ, ਪਰ ਇਹ ਵਪਾਰ ਕਰਦਾ ਰਿਹਾ ਔਗੁਣਾਂ ਦਾ, ਬੁਰਾਈਆਂ ਦਾ, ਪਾਪਾਂ ਦਾ, ਝੂਠਾਂ ਦਾ। ਤੇ ਇਸ ਵਪਾਰ ਦੇ ਵਿੱਚੋਂ ਫਿਰ ਧਨ ਕਿਹੜਾ ਇਕੱਠਾ ਹੋਇਆ? ਜੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਦਾ, ਜੇ ਚੰਗਿਆਈਆਂ ਦਾ ਵਪਾਰ ਕਰਦਾ, ਸ਼ੁਭ ਗੁਣਾਂ ਦਾ ਵਪਾਰ ਕਰਦਾ, ਤੇ ਇਸ ਦੇ ਵਿੱਚੋਂ ਧਨ ਇਕੱਠਾ ਹੋਣਾ ਸੀ ਸਤ, ਸੰਤੋਖ, ਧੀਰਜ, ਦਇਆ, ਧਰਮ, ਕਿਰਪਾਲੁਤਾ। ਹੁਣ ਇਸ ਨੇ ਵਪਾਰ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਹੈ ਔਗੁਣਾਂ ਦਾ, ਤੇ ਬਾਣੀ ਨੇ ਬੜਾ ਸਪਸ਼ਟ ਜਿਹਾ ਫੈਸਲਾ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਹਾ ਬੀਜੇ ਸੋ ਲੂਣੈ ਕਰਮਾ ਸੰਦੜਾ ਖੇਤ, ਜਾਂ ਆਪਾਂ ਵਚਨ ਪੜ੍ਹਦੇ ਹਾਂ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ। ਸਤਿਗੁਰੂ ਜੀ ਕਹਿਣ ਲੱਗੇ ਜੋ ਵਸਤੂ ਬਰਤਨ ਦੇ ਵਿੱਚ ਪਾਈ ਹੈ ਉਹੀ ਵਸਤੂ ਕੱਢਾਂਗੇ ਨਾ। ਐਸਾ ਤਾਂ ਨਹੀਂ ਵੀ ਪਾਇਆ ਕੁਝ ਹੋਰ ਹੈ, ਬੰਦਾ ਹੁਣ ਭਾਂਡੇ ਦੇ ਵਿੱਚ ਪਾ ਕੇ ਪਾਣੀ ਤੇ ਕਵੇ ਵੀ ਮੈਂ ਦੁੱਧ ਕੱਢਣਾ ਹੈ। ਸਤਿਗੁਰੂ ਜੀ ਕਹਿਣ ਲੱਗੇ ਐਸਾ ਨਹੀਂ ਹੋਵੇਗਾ। ਜੇ ਪਾਣੀ ਪਾਇਆ ਤੇ ਸੱਜਣਾ ਪਾਣੀਓਂ ਹੀ ਉਸ ਬਰਤਨ ਦੇ ਵਿੱਚੋਂ ਨਿਕਲੇਗਾ, ਜੇ ਦੁੱਧ ਪਾਇਆ ਤੇ ਦੁੱਧ ਕੱਢੇਗਾ। ਪਰ ਮਨੁੱਖ ਦਾ ਇੱਕ ਸੁਭਾਅ ਰਿਹਾ ਹੈ, ਉਸ ਸੁਭਾਅ ਦਾ ਸਤਿਗੁਰੂ ਜੀ ਜ਼ਿਕਰ ਰੋਜ਼ ਕਰਦੇ ਨੇ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ। ਸਤਿਗੁਰੂ ਜੀ ਕਹਿਣ ਲੱਗੇ ਬੀਜ ਜ਼ਹਿਰ ਰਿਹਾ ਤੇ ਮੰਗ ਰਿਹਾ ਹੈ ਅੰਮ੍ਰਿਤ। ਆਸ ਇਹ ਰੱਖਦਾ ਵੀ ਜਿਹੜਾ ਮੈਂ ਬੀਜ ਬੀਜਿਆ ਉਹਨੂੰ ਫਲ ਅੰਮ੍ਰਿਤ ਦਾ ਲੱਗੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਹ ਕੋਈ ਨਿਆਂ ਦੀ ਗੱਲ ਹੈ, ਵੀ ਇਹ ਕੋਈ ਨਿਆਂ ਦੀ ਗੱਲ ਹੋਈ ਵੀ ਬੀਜ ਤਾਂ ਤੂੰ ਜ਼ਹਿਰ ਰਿਹਾ ਹੈ ਤੇ ਆਸ ਤੂੰ ਰੱਖ ਰਿਹਾ ਅੰਮ੍ਰਿਤ ਦੀ। ਸੋ ਸਤਿਗੁਰੂ ਜੀ ਕਹਿੰਦੇ ਨੇ ਇਹ ਕੋਈ ਨਿਆਂ ਨਹੀਂ ਵੀ ਤੂੰ ਵਪਾਰ ਤਾਂ ਔਗੁਣਾਂ ਦਾ ਕਰੇ, ਵਪਾਰ ਤਾਂ ਸਾਰੀ ਜ਼ਿੰਦਗੀ ਤੂੰ ਬੁਰਾਈਆਂ ਦਾ ਕਰੇ, ਤੇ ਆਸ ਇਹ ਰੱਖੇ ਵੀ ਸੰਪਤੀ ਜਿਹੜੀ ਹੈ ਉਹ ਸੱਚ ਦੀ ਤੇ ਸੰਤੋਖ ਦੀ ਤੇ ਸਬਰ ਦੀ ਤੇਰੇ ਕੋਲ ਇਕੱਠੀ ਹੋ ਜਾਵੇ।
सतगुरु जी कह लगे ये न्याय नहीं है, ये कोई न्याय की बात नहीं भी व्यापार तो तू झूठ का कर रहे हैं, अवगुणा का कर रहे हैं, तो कहने भी संपत्ति आ मेरी जिंदगी दे विच इकट्ठी होवे, मैनू सारे धर्मी कहन, मैनू कहन भी ये बंदा ही बड़ा वधिया है, ये धर्मी बहुत है। भगत कबीर साहब जी कह लगे नहीं, जे कूड़ का व्यापार करेगा, जे झूठ का व्यापार करेगा, तो फिर इस व्यापार दे विचों संपत्ति भी जिहड़ी है वो इहो जी तैनूं प्राप्त होवेगी, काम क्रोध माया मद मत्सर ए संपै मोह माही, दया धर्म अर गुर की सेवा ए सुपनंतर नाही। दया धर्म सच दी गुरु की सेवा जिहड़ी है ये तां कदे सुपने दे विच भी नहीं आई, क्योंकि व्यापार उहो जिहा कीता ना, धन इहो जिहा इकट्ठा हो गया जिहो जिहा व्यापार किया। सो इस गल नूं वेख के भगत कबीर साहब जी कहंदे ने, गोबिंद हम ऐसे अपराधी, जिन प्रभ जियो पिंड था दिया, तिसकी भाव भगत नहीं साधी। सो सतगुरु जी ने बख्शिश की है। गुरु साहब जी कह लगे भी हे जीव रूपी वणजारे, मन दे तल ते भी व्यापार कर, इस मन वणजारे दे नाल भी व्यापार कर, मन नूं वणजारा बना ते मन वणजारे दा व्यापार जिहड़ा है वो इस ढंग दे नाल कर। वेखो भगत कबीर साहब जी ने बड़ी प्यारी गल कही है। वो कह लगे किन्ही बनजिया कांशी तांबा, किन्ही लौंग सुपारी, संतो बंजिया नाम गोबिंद का, निभही खेप हमारी हर के नाम के व्यापारी। भगत कबीर साहब जी कहते ने मैं व्यापारी बन गया वां, मेरा मन व्यापारी बन गया है, हुण ये व्यापारी परमात्मा के नाम का बनिया है। ये मन जिहड़ा व्यापारी बनिया ये हुण व्यापार करदा है परमात्मा के नाम का, सच का, गुणां का, ये आदान प्रदान कर रहा है केवल गुणां नूं, केवल सच नूं। ते वेखो जदों आपां उन्हां महापुरुषां दे जीवन नूं पढ़दे हां साध संगत जी, सच दा व्यापार करन लग्या उन्हां नूं किन्नियां मुसीबतां दा, किन्नियां परेशानियां दा उन्हां नूं सामना करना पिया, किते उन्हां नूं किन्नियां लोकां दी विरोधता दा उन्हां नूं सामना करना पिया। क्यों? क्योंकि वो सच दा व्यापार कर रहे सन, वो सच दे व्यापारी सन। जे किते झूठ दे व्यापारी हुंदे ते कदे भी भगत कबीर साहब जी वर्गिਆਂ नूं बन के हाथी दियां पैरां थल्ले ना सुटिया जांदा, कदे भी उन्हां नूं बन के उन्हां नूं यातनावां ना दित्तियां जांदियां। जे गुरु अर्जन साहब जी महाराज झूठ दे व्यापारी हुंदे ते कदे भी उन्हां नूं तत्ती तवी ते नहीं सी बिठाउणा। उन्हां नूं तत्ती तवी ते बिठाया ही इस करके गया है क्योंकि वो सच दा व्यापार कर रहे हैं। गुरु नानक साहब जी महाराज नूं बाबर दी जेल दे विच चक्की पीसनी तां पई है क्योंकि गुरु नानक साहब जी महाराज सच दा व्यापार कर रहे हैं। वो ये व्यापार कर रहे हैं, सच सुनाए सी सच की बेला। वो ये व्यापार कर रहे हैं, सच्चो ओरै सब को ऊपर सच आचार। सो अज दी इस पौड़ी दे विच सतगुरु गुरु अमरदास जी महाराज सानू मन दे तल ते एक व्यापार करन दी प्रेरणा कर रहे हैं ते ये सतगुरु जी सानू हदायत करते हैं भी जिथे अपने तन नूं व्यापारी बनाउणा है उथे इस मन नूं भी व्यापारी बना। मन भी ये व्यापार करे ते मन व्यापार किहड़ा करे? हर रास मेरी मन वणजारा। रास दे अर्थ ने पूंजी, धन, बैंक बैलेंस। सतगुरु जी कहन लगे परमात्मा दा नाम, परमात्मा दे गुण जिहड़े ने वो मेरा धन बन गया है, मेरा बैंक बैलेंस बन गया है, मेरी पूंजी बन गया है, मेरी रास बन गया है। ते ये धन क्यों इकट्ठा होया? क्योंकि मेरे मन ने वणजारा बन के ये व्यापार किया है। ते सच जानियो इसे धन दे बारे सतगुरु जी ने गल कही सी, हम तनवंत भागठ सच नाए, हर गुण गावें सहज सुभाए, प्यू दादे का खोल डिठा खजाना, ता मेरे मन
ਭਇਆ ਨਿਧਾਨਾ। रतन लाल जाका कछु न मोल, भरे भंडार अखूट अतोल। खावें खर्चें रल मिल भाई, टोट न आवे वध दो जाए। सतगुरु जी कहन लगे आ मन ने वणजारा बन के ਜਿਹੜਾ परमात्मा का नाम धन इकट्ठा कर लेना, ਜਿਹੜੀ रास इकट्ठी कर ली है, ये धन ऐसा है भी इनू जिन्ना वरतोगे ये उन्ना वधदा जाना, इस दे विच कोई तोट नहीं है, कोई कमी नहीं आवेगी। ते बाणी ने तो इत्थों तक बख्शिश की है। बाणी कह लगे इस धन को उचक्का नेड़ ना आवे, जम जा गाती। सतगुरु जी कह लगे ना इस धन नूं कोई चोर लुट के लिजा सकता है, तो ना इस धन के उत्ते किसी प्रकार का कोई टैक्स लगना है। दुनियावी धन के उत्ते तो टैक्स लगता है ना, सानू रिटर्न जिहड़ा है वो करना पैंदा है। सतगुरु जी कह लगे इस धन के उत्ते कोई टैक्स नहीं है, ये तो खावें खर्चें रल मिल भाई, टोट ना आवे वध हो जाई। इस करके गुरु अमरदास जी सानू समझाउंदे ने। सतगुरु जी कह लगे वो सारी उम्र तन का वपार करने वालिया, कदे अपने मन दे नाल भी वपार कर, अपने मन नूं भी वणजारा बना। तो सतगुरु जी कह लगे वपार करना है उस परमात्मा के नाम धन का। हर रास मेरी मन वणजारा। सतगुरु जी कहते मेरी हुण रास बन चुका है परमात्मा का नाम, क्योंकि मैं मन वणजारे दे नाल वपार किया है। हर रास मेरी मन वणजारा, सतगुरु ते रास जानी। तो ये वपार करन दी विधि जिहड़ी है ये मैनू गुरु ने सिखाई है। वेखो जदों आपां बाणी नूं पढ़दे हां ते बाणी ने बड़ी प्यारी गल कही है, हाण हट कर आरजा, सच नाम कर वथ, सुरत सोच कर भांड शाल, तिस विच तिसनूं रख, वणजारिया स्यों वणज कर, लै लाहा मन हस। सतगुरु जी कह लगे हे वणजारे जीव, इहो जिहा वपार कर, इहो जिहा वणज कर, सच दा गुणां दा। सो गुरु अमरदास जी कहते ने हर रास मेरी मन वणजारा, सतगुरु ते रास जानी। ये जिहड़ी पूंजी मैं इकट्ठी की है, ये धन जिहड़ा इकट्ठा किया है मन नूं वणजारा बना के परमात्मा के नाम का, ये धन मैनू गुरु दे कोलों मिलिया है। तो इस धन के बारे मैनू गुरु ने आ गल समझाई है, यह धन अखुट ना निखुटै ना जाए, पूरे सतगुर दिया दिखाए। ये पूरे गुरु के कोलों धन प्राप्त होया है। तो सतगुरु जी कह लगे इस धन की वडियाई ये है भी ये खाद्या खर्च नहीं होना, ये इस धन दे विच किसी प्रकार की कोई तोट नहीं आ सकती। सो सतगुरु जी बख्शिश करते हैं, हर हर नित जपिओ जियो, लाहा खटिओ दिहाड़ी। सतगुरु जी कह लगे नित उस परमात्मा के नाम नूं जप हर रोज़, ताकि हर रोज़ ये वपार करके तू लाभ प्राप्त कर सके। बंदा दुनियावी तौर पर हर रोज़ वपार करता है ना, उसका कारण यह भी मैनू लाभ प्राप्त होवे। एक दिन भी मैं जे घरे बैठ गया तो मैनू नुकसान हो जाएगा। आ तुसीं वेखो भी आ पिछे उस महामारी के चलते, करोना के चलते 2-2.5 महीने लॉकडाउन रहा, तो किवें लोग जिहड़े सन वो दुकानदार वीर होर काम कार करन वाले किवें वो ये गल कह रहे सन भी सानू इन्ना नुकसान हो गया। कहण तो भाव है भी जिथे दुनियावी तौर पर तू डेली वपार करदा है, उत्थे परमात्मा के गुणां का भी रोज़ वपार कर, ताकि तैनूं रोज़ लाभ मिले। रोज़ नवें तो नवां गुण, नवें तो नवां गुणा रूपी धन तेरी जिंदगी दे विच आवे। ते सतगुरु जी कहंदे ने यह धन तिन्ना मिलिया जिन हर आपे भाणा। अच्छा, ये नाम का धन उन्हां नूं मिलदा जिहड़े परमात्मा के भाणे दे विच आ जांदे ने, जिन्हां दे उत्ते परमात्मा भा जांदा है। ते भाउंदा उन्हां दे उत्ते है जिहड़े परमात्मा की रज़ा दे विच आ जांदे ने, वो फिर परमात्मा के नाम का वपार करते हैं। तो अखीर ते सतगुरु जी कहते हैं कह नानक हर रास मेरी मन हुआ वणजारा। नानक ये गल आखदा है परमात्मा का नाम ही मेरा धन है, दौलत है, बैंक बैलेंस है, मेरे राह की पूंजी है। तो सतगुरु जी कहन लगे मैं इस राह की पूंजी नूं इकट्ठा इस ढंग दे नाल कीता है क्योंकि मैं अपने मन नूं वणजारा बना लिया। मैं गुरु दियां उन्हां बोलां नूं अपने जीवन का आधार बना लिया। वणज करो वणजारिओ वखर लिहो संभाल, तैसी
वस्त विसाई है, जैसी निभै नाल अग्गै, शाह सुजान है लैसी वस्त समाल। सो आओ सतगुरु जी किरपा करन। साध संगत जी, जिथे असी तन करके अपना कार विहार करते हैं, किसी ना किसी वणज वपार दे विच रुझे हाँ, उत्थे यतन करिए, मन नूं वणजारा बना के उस परमात्मा दे नाम दा वपार करिए, ताकि साडे कोल शुभ गुणां दी वो पूंजी इकट्ठी हो सके, वो धन इकट्ठा हो सके, जिस नूं अपने जीवन दे सफ़र दे उत्ते असी खर्च करके उस परमात्मा दे दर ते प्रवान हो सकीए। साडे भी हो सकण ये लोग सुखीए, परलोक सुहेले, नानक हर प्रभ आपे मेले, भुलां चुकां दी खिमा। वाहिगुरू जी का खालसा, वाहिगुरू जी की फतेह।